Hello everyone, welcome to Victor's Knowledge. This is Chinu Sharma, and today we are going to take up a very important topic for all upcoming Punjab state exams. So अपना आज का topic है on Microsoft PowerPoint 2019. So ਆਪਾਂ ਨੇ already Word ਤੇ Excel 2019 ਵਾਲਾ ਕਰ ਲਿਆ, ਉਹਦੇ important features ਦੇਖੇ, ਪੁਰਾਣੇ versions ਦੇ ਨਾਲੋਂ difference ਕੀ ਨੇ ਆਪਾਂ ਨੇ ਉਹ ਦੇਖੇ ਤੇ ਨਾਲ ਹੀ एग्जाम ਦੇ ਵਿੱਚ ਪੁੱਛਣ ਵਾਲੀ ਸਭ ਤੋਂ ਜ਼ਰੂਰੀ ਚੀਜ਼ ਸ਼ਾਰਟਕਟ ਕੀਜ਼ ਸੋ ਜਿੰਨੀਆਂ ਵੀ ਸ਼ਾਰਟਕਟ ਕੀਜ਼ ਨੇ ਉਹ ਸਾਰੀਆਂ ਆਪਾਂ ਨੇ ਦੇਖੀਆਂ ਵਰਡ ਤੇ ਐਕਸਲ ਦੀਆਂ ਤੇ ਆਪਣਾ ਪਾਵਰਪੁਆਇੰਟ ਦਾ ਟੌਪਿਕ ਹੈ ਇਹ ਰਹਿ ਗਿਆ ਸੀ ਸੋ ਅੱਜ ਆਪਾਂ 2019 ਦਾ ਪਾਵਰਪੁਆਇੰਟ ਵੀ ਕਵਰ ਕਰ ਲਾਂਗੇ Before beginning, I want to share something important with you guys. So I have specifically compiled few important notes on the topics polity, economics, complete history, science, complete static GK. So ਇਹ ਕੁਝ important topics ਨੇ ਜਿਨ੍ਹਾਂ ਨਾਲ related ਮੈਂ notes ਤਿਆਰ ਕੀਤੇ ਨੇ ਤੇ ਜੇ ਤੁਸੀਂ ਇਹਨਾਂ notes ਨੂੰ buy ਕਰਨਾ ਹੈ ਜਾਂ ਇਹਨਾਂ ਦੀ ਹੋਰ detail ਜਾਣਨੀ ਹੈ price then you can contact on these mentioned details also you can have a look on sample notes ਤੁਸੀਂ ਮੈਨੂੰ email ਭੇਜ ਸਕਦੇ ਹੋ I will send you sample notes there so starting with what is Microsoft PowerPoint PowerPoint ਇੱਕ ਇਹੋ ਜਿਹੀ application ਹੈ ਜਿੱਥੇ ਲਿਖੀਆਂ ਹੋਈਆਂ ਚੀਜ਼ਾਂ graphical representation ਕੋਈ animations shapes ਤੇ ਨਾਲ ਹੀ ਆਪਾਂ ਨੂੰ ਜਿਹੜਾ PowerPoint ਦੀ application ਹੈ ਉਹਦੇ ਵਿੱਚ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਡਿਜ਼ਾਈਨ ਕੀਤਾ ਹੋਇਆ ਇੱਕ ਥੀਮ ਦੇ ਨਾਲ ਬੈਕਗ੍ਰਾਉਂਡ ਮਿਲਦਾ ਹੈ ਸੋ ਟੈਕਸਟ ਗ੍ਰਾਫਿਕ ਬੈਕਗ੍ਰਾਉਂਡ ਇਹ ਤਿੰਨੋਂ ਚੀਜ਼ਾਂ ਮਿਲ ਕੇ ਇੱਕ ਪ੍ਰੈਜੈਂਟੇਸ਼ਨ ਦਿੰਦੀਆਂ ਨੇ ਤੇ ਇਹ ਕੰਮ ਹੁੰਦਾ ਹੈ ਮਾਈਕਰੋਸਾਫਟ ਪਾਵਰਪੁਆਇੰਟ ਦੇ ਵਿੱਚ ਜੇ ਤੁਸੀਂ ਲਾਂਚ ਕਰਨਾ ਹੈ ਸਟਾਰਟ ਕਰਨਾ ਹੈ ਪਾਵਰਪੁਆਇੰਟ 2019 ਉਹਦੇ ਲਈ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਫਿਸ ਦਾ ਸਟਾਰਟ ਬਟਨ ਦਬਣਾ ਹੈ ਦੈਨ ਉੱਥੇ ਤੁਹਾਨੂੰ ਇਸ ਤਰ੍ਹਾਂ ਦਾ ਆਈਕਨ ਦਿਖੂਗਾ ਪਾਵਰਪੁਆਇੰਟ 2019 ਦਾ ਜਦੋਂ ਤੁਸੀਂ ਇਸ ਆਈਕਨ ਨੂੰ ਕਲਿੱਕ ਕਰ ਲਿਆ ਉਸ ਤੋਂ ਬਾਅਦ ਤੁਹਾਡੇ ਕੋਲ ਪਾਵਰਪੁਆਇੰਟ ਟੈਂਪਲੇਟ ਦੀ ਵਿੰਡੋ ਆ ਜੂਗੀ ਉੱਥੇ ਜਾ ਕੇ ਤੁਸੀਂ ਇਹ ਬਲੈਂਕ ਪ੍ਰੈਜੈਂਟੇਸ਼ਨ ਦਾ ਆਈਕਨ ਦਬੋਗੇ ਤੇ ਇੱਕ ਨਵੀਂ ਪਾਵਰਪੁਆਇੰਟ ਦੀ ਜਿਹੜੀ ਸਲਾਈਡ ਹੈ ਉਹ ਖੁੱਲ ਜੂਗੀ ਸੋ ਨੈਕਸਟ ਇਜ਼ ਵਿੰਡੋਜ਼ ਫੀਚਰ ਵਿੰਡੋ ਫੀਚਰ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਮਾਈਕਰੋਸਾਫਟ ਐਪਲੀਕੇਸ਼ਨ ਦੇ ਵਿੱਚ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜੋ ਵੀ ਰੂਟੀਨ ਦੇ ਟਾਸਕ ਨੇ ਉਹ ਸਾਰੇ ਕਰਨ ਦੇ ਵਿੱਚ ਮਦਦ ਕਰਦੀ ਹੈ ਸੋ ਵਿੰਡੋ ਫੀਚਰ ਮਤਲਬ ਜਿਹੜੀ ਆਪਾਂ ਨੂੰ ਖੋਲਣ ਸਾਰ ਐਪਲੀਕੇਸ਼ਨ ਸਕਰੀਨ ਦਿਖਦੀ ਆ ਉਹਦੇ ਉੱਤੇ ਕੀ ਹੁੰਦਾ ਸੋ ਨੰਬਰ 1 ਇੱਕ ਟੂਲ ਬਾਰ ਹੁੰਦਾ ਇੱਕ ਟਾਈਟਲ ਬਾਰ ਹੁੰਦਾ ਜਿੱਥੇ ਤੁਸੀਂ ਨਾਮ ਦੇ ਦਿੰਦੇ ਹੋ ਵੀ ਤੁਹਾਡੀ ਪ੍ਰੈਜੈਂਟੇਸ਼ਨ ਇੱਕ ਇਸ ਟੌਪਿਕ ਬਾਰੇ ਹੈ ਦੈਨ ਫਾਈਲ ਟੈਬ ਥੰਬਨੇਲ ਸਲਾਈਡ ਟਾਈਟਲ ਪਲੇਸ ਹੋਲਡਰ ਸੋ ਜਿੱਥੇ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਦਾ ਟਾਈਟਲ ਦਿੰਦੇ ਹੋ ਦੈਨ ਸਬ ਟਾਈਟਲ ਪਲੇਸ ਹੋਲਡਰ ਸਟੇਟਸ ਬਾਰ ਉਸ ਤੋਂ ਬਾਅਦ ਆਉਂਦਾ ਰਿਬਨ collapse work area view option and also ਮੈਂ ਤੁਹਾਨੂੰ ਦੱਸਣਾ ਚਾਹ ਰਹੀ ਹਾਂ ਵੀ ਇਹ ਜਿੰਨੀਆਂ ਵੀ ਮੈਂ PPTs ਤਿਆਰ ਕਰ ਰਹੀ ਹਾਂ YouTube ਦੇ ਲਈ ਇਹ ਸਾਰੀਆਂ 2019 PowerPoint ਦੇ ਥਰੂ ਹੀ ਮੈਂ ਤਿਆਰ ਕਰਦੀ ਹਾਂ ਸੋ ਜੇ ਤੁਸੀਂ ਮੇਰੀਆਂ ਧਿਆਨ ਦੇ ਨਾਲ PPTs ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਕਾਫੀ ਵਾਰੀ ਮੇਰੇ ਅਲੱਗ-ਅਲੱਗ ਟੌਪਿਕ ਦੇ ਨਾਲ ਮਿਲਦੇ ਜੁਲਦੇ ਥੀਮ ਲਗਾਏ ਹੁੰਦੇ ਨੇ ਸੋ ਇਹ ਜੋ ਵੀ ਥੀਮ ਨੇ ਇਹ ਆਲਰੇਡੀ 2019 ਦੀ जो Microsoft PowerPoint application है ਉਹਦੇ ਅੰਦਰ already pre-designed ਮਿਲਦੇ ਨੇ next is few important feature terms ਤੇ ਉਹਨਾਂ ਦੀ ਕੀ description ਹੈ ਨੰਬਰ 1 ਹੈ 2019 PPT ਦੇ ਵਿੱਚ quick access toolbar ਸੋ ਇਹਦੇ ਵਿੱਚ ਕੀ ਹੁੰਦਾ ਜੋ ਵੀ ਆਪਣੀਆਂ commonly used command ਨੇ ਉਹ ਸਾਰੀਆਂ ਤੁਹਾਨੂੰ ਉਰੇ ਮਿਲਦੀਆਂ ਨੇ ਫਿਰ ਆਉਂਦਾ title bar ਉਰੇ ਤੁਹਾਡੀ ਜਿਹੜੀ ਫਾਈਲ ਹੈ ਉਹਦਾ ਨਾਮ ਲਿਖਿਆ ਹੁੰਦਾ ਹੈ then file tab ਜਿਹੜਾ file tab ਹੈ ਇਹਨੇ office 2007 ਦੇ ਬਟਨ ਨੂੰ ਰਿਪਲੇਸ ਕਰਤਾ ਤੇ ਇਹਦੇ ਨਾਲ ਤੁਸੀਂ ਮਾਈਕਰੋਸਾਫਟ ਐਪਲੀਕੇਸ਼ਨ ਨੂੰ ਈਜ਼ੀਲੀ ਮੈਨੇਜ ਕਰ ਸਕਦੇ ਹੋ ਤੇ ਤੁਹਾਨੂੰ ਜਿਵੇਂ ਓਪਨ ਨਿਊ ਸੇਵ ਐਸ ਜਿਹੜੀਆਂ ਵੀ ਆਪਸ਼ਨਸ ਨੇ ਇਹ ਸਾਰੀਆਂ ਇੱਕ ਜਗ੍ਹਾ ਦੇ ਉੱਤੇ ਈਜ਼ੀਲੀ ਮਿਲ ਜਾਂਦੀਆਂ ਨੇ then comes thumbnail slide ਇਹਦੇ ਵਿੱਚ ਤੁਹਾਡੀ ਜੋ ਹਰ ਸਲਾਈਡ ਹੈ ਉਹਦਾ ਇੱਕ ਸਨੈਪਸ਼ਾਟ ਕਿ ਉਹ ਫਰੰਟ ਤੋਂ ਕਿਵੇਂ ਦਿਖਦੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਉਸ ਤੋਂ ਬਾਅਦ ਟਾਈਟਲ ਪਲੇਸ ਹੋਲਡਰ ਜਿੱਥੇ ਤੁਹਾਡਾ ਸਾਰਾ ਟੈਕਸਟ ਐਂਟਰ ਕੀਤਾ ਜਾਂਦਾ ਹੈ ਸਬ ਟਾਈਟਲ ਪਲੇਸ ਹੋਲਡਰ ਸੈਕਸ਼ਨ ਵੇਅਰ ਟੈਕਸਟ ਔਰ ਗ੍ਰਾਫਿਕਸ ਆਰ rendered then ਸਟੇਟਸ ਬਾਰ ਇਹਦੇ ਵਿੱਚ ਕੀ ਹੁੰਦਾ ਤੁਹਾਡੀ ਸਲਾਈਡ ਦੀ ਪ੍ਰੈਜੈਂਟੇਸ਼ਨ ਕਿ ਪੇਜ ਨੰਬਰ ਕਿੰਨੇ ਨੇ ਉਹ ਸਾਰੀਆਂ ਇਨਫੋਰਮੇਸ਼ਨ ਹੁੰਦੀਆਂ ਨੇ then comes ribbon ਬਹੁਤ ਇੰਪੋਰਟੈਂਟ ਫੀਚਰ ਟਰਮ ਹੈ ਸੋ ਇਹਦੇ ਵਿੱਚ ਕੀ ਹੁੰਦਾ
ਜੋ ਵੀ ਗਰੁੱਪਸ ਦੇ ਨਾਲ ਰਿਲੇਟਡ ਕਮਾਂਡਸ ਨੇ ਟੈਬ ਦੇ ਅੰਦਰ ਉਹ ਸਾਰੀਆਂ ਹੁੰਦੀਆਂ ਨੇ ਰਿਬਨ ਦੇ ਵਿੱਚ। ਉਸ ਤੋਂ ਬਾਅਦ collapses the ribbon so only the tab name shows। ਉਸ ਤੋਂ ਬਾਅਦ work area, each slide has an area where text and graphic are entered for presentation। There are various slide layout to work from। ਸੋ ਜਿੱਥੇ ਤੁਸੀਂ ਬੇਸਿਕਲੀ ਸਾਰਾ ਅਸਲੀ ਕੰਮ ਕਰਦੇ ਹੋ ਸਲਾਈਡ ਦਾ। ਦੈਨ ਲਾਸਟ ਵਿੱਚ ਹੈ ਵਿਊ ਆਪਸ਼ਨ। ਸੋ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਸਲਾਈਡਸ ਦੇ ਮੋਡਸ ਮਿਲ ਜਾਂਦੇ ਨੇ ਇਸ ਆਪਸ਼ਨ ਦੇ ਨਾਲ। ਨੈਕਸਟ ਇਜ਼ ਪ੍ਰੈਜੈਂਟੇਸ਼ਨ ਸਲਾਈਡਸ। ਸੋ ਪ੍ਰੈਜੈਂਟੇਸ਼ਨ ਸਲਾਈਡਸ ਨੇ ਜਿਹੜੀਆਂ ਇਹ ਜਿਵੇਂ ਇੱਕ ਵਰਡ ਦੇ ਡਾਕੂਮੈਂਟ ਦੇ ਵਿੱਚ ਪੇਜ ਹੁੰਦੇ ਨੇ ਉਸੇ ਤਰ੍ਹਾਂ ਪੀਪੀਟੀ ਦੇ ਵਿੱਚ ਜੋ ਵੀ ਡਾਕੂਮੈਂਟ ਜਿੱਥੇ ਆਪਾਂ ਮੇਨ ਉਹਦੀ ਸਾਰੀ ਇਨਫੋਰਮੇਸ਼ਨ ਭਰਦੇ ਆ, ਜਿਹੜੀਆਂ ਆਪਾਂ ਤਿਆਰ ਕਰਦੇ ਆ ਵਿਜ਼ੂਅਲ ਰਿਪਰੈਜ਼ੈਂਟੇਸ਼ਨ ਦੇ ਲਈ, ਪ੍ਰੈਜੈਂਟੇਸ਼ਨ ਦੇ ਲਈ, ਉਹਨਾਂ ਪੇਜਿਸ ਨੂੰ ਆਪਾਂ ਸਲਾਈਡਸ ਦਾ ਨਾਮ ਦਿੱਤਾ ਹੋਇਆ ਹੈ ਪੀਪੀਟੀ ਦੇ ਅੰਦਰ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਸੋ ਉਸ ਤੋਂ ਬਾਅਦ ਜਿਹੜੀ ਪਾਵਰਪੁਆਇੰਟ ਫਾਈਲ ਹੈ ਉਹਨੂੰ ਆਪਾਂ ਅਲੱਗ-ਅਲੱਗ ਤਰੀਕੇ ਦੇ ਨਾਲ ਇਨਫੋਰਮੇਸ਼ਨ ਪ੍ਰੈਜ਼ੈਂਟ ਕਰਨ ਦੇ ਲਈ ਵਰਤਦੇ ਹਾਂ। ਨੰਬਰ 1 ਹੈ ਔਨ ਸਕਰੀਨ ਸਲਾਈਡ ਸ਼ੋ, ਫਿਰ ਆਉਂਦਾ ਵੈਬ ਪੇਜ, ਦੈਨ ਕਮਸ ਓਵਰਹੈਡ ਟ੍ਰਾਂਸਪੇਰੈਂਸੀਜ਼ ਤੇ ਲਾਸਟ ਵਿੱਚ ਆਉਂਦੇ ਨੇ ਹੈਂਡਆਊਟਸ। ਸੋ ਇਹਨਾਂ ਦੇ ਅਲੱਗ-ਅਲੱਗ ਫੀਚਰਸ ਨੇ। ਜਿਹੜੀ ਔਨ ਸਕਰੀਨ ਸਲਾਈਡ ਸ਼ੋ ਹੈ ਇਹਦੇ ਨਾਲ ਕੀ ਹੁੰਦਾ, ਬੇਸਿਕਲੀ ਜਿਹੜੀ ਤੁਹਾਡੀ ਸਲਾਈਡ ਹੈ ਇਹ ਮੋਨੀਟਰ ਜਾਂ ਕੰਪਿਊਟਰ ਪ੍ਰੋਜੈਕਟਡ ਲਾਰਜ ਸਕਰੀਨ ਦੇ ਉੱਤੇ ਡਿਸਪਲੇ ਹੋ ਜਾਂਦੀ ਹੈ। ਵੈਬ ਪੇਜ ਦੇ ਨਾਲ ਕੀ ਹੈ ਕਿ ਤੁਸੀਂ ਕਿਸੇ ਵੀ ਵੈਬ ਦੇ ਉੱਤੇ ਪਬਲਿਸ਼ ਕਰ ਸਕਦੇ ਹੋ। ਤੇ ਓਵਰਹੈਡ ਟ੍ਰਾਂਸਪੇਰੈਂਸੀ ਦੇ ਨਾਲ ਕੀ ਹੁੰਦਾ, ਤੁਹਾਡੀਆਂ ਜਿਹੜੀਆਂ ਫਾਈਲਸ ਨੇ ਤੁਸੀਂ ਉਹਨੂੰ ਪ੍ਰਿੰਟਰ ਮਾਡਲ ਦੇ ਥਰੂ ਪ੍ਰਿੰਟ ਆਊਟ ਕਢਵਾ ਸਕਦੇ ਹੋ। ਦੈਨ ਲਾਸਟ ਵਿੱਚ ਹੈਂਡਆਊਟਸ, ਇਹਨੂੰ ਵੀ ਤੁਸੀਂ ਮਿੰਨੀ ਸਲਾਈਡਸ ਪਰ ਪੇਜ, ਮਤਲਬ ਇੱਕ ਪੇਜ ਦੇ ਉੱਤੇ ਤੁਸੀਂ ਛੋਟੀਆਂ-ਛੋਟੀਆਂ ਸਲਾਈਡਸ ਬਣਾ ਕੇ 2 ਤੋਂ 9 ਟੋਟਲ ਮਿੰਨੀ ਸਲਾਈਡਸ ਬਣਾ ਕੇ ਤੁਸੀਂ ਪ੍ਰਿੰਟ ਆਊਟ ਕਢਵਾ ਸਕਦੇ ਹੋ। ਇਹਨੂੰ ਆਪਾਂ ਕਹਿੰਦੇ ਆ ਹੈਂਡਆਊਟਸ ਤੇ ਇਹ ਬਹੁਤ ਇੰਪੋਰਟੈਂਟ ਫੀਚਰ ਹੈ ਪ੍ਰੈਜੈਂਟੇਸ਼ਨ ਸਲਾਈਡ ਦਾ। ਨੈਕਸਟ ਆਉਂਦੀਆਂ ਨੇ ਕੁਝ ਐਡੀਟਿੰਗ ਟੈਕਨੀਕਸ। ਸੋ ਇਹ ਸੈਕਸ਼ਨ ਦੇ ਵਿੱਚ ਆਪਾਂ ਹੁਣ ਦੇਖਾਂਗੇ ਕਿ ਕਿਹੜੀਆਂ-ਕਿਹੜੀਆਂ ਟੈਕਨੀਕਸ ਆਪਾਂ ਸਲਾਈਡ ਨੂੰ ਐਡਿਟ ਕਰਨ ਦੇ ਲਈ ਵਰਤਦੇ ਹਾਂ। ਨੰਬਰ 1 ਹੈ ਵਿਊ ਮੋਡਸ ਫॉर ਐਡੀਟਿੰਗ। ਸੋ ਜੇ ਤੁਸੀਂ ਆਪਣੀ ਸਲਾਈਡ ਨੂੰ ਕਿਸੇ ਅਲੱਗ-ਅਲੱਗ ਤਰੀਕੇ ਨਾਲ ਐਡਿਟ ਕਰਨਾ ਹੈ ਉਹਦੇ ਲਈ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਮੋਡਸ ਵਰਤ ਸਕਦੇ ਹੋ, ਟੈਕਨੀਕਸ ਵਰਤ ਸਕਦੇ ਹੋ ਕਿ ਤੁਸੀਂ ਆਪਣੀ ਸਲਾਈਡ ਨੂੰ ਕਿਵੇਂ ਦਾ ਦੇਖਣਾ ਚਾਹੁੰਦੇ ਹੋ। ਸੋ ਨੰਬਰ 1 ਆਉਂਦਾ ਨਾਰਮਲ ਵਿਊ, ਜਿਹਦੇ ਵਿੱਚ ਤੁਹਾਡੀ ਸਲਾਈਡ ਤੁਹਾਨੂੰ ਜਿਵੇਂ ਤੁਸੀਂ ਇਹ ਪਿਕਚਰਸ ਦੇਖ ਸਕਦੇ ਹੋ ਕਿ ਸਿੰਪਲੀ ਜਿਵੇਂ ਤੁਹਾਨੂੰ ਇੱਕ ਸਕਰੀਨ ਦੇ ਉੱਤੇ ਦਿਖਦੀ ਹੈ ਤਿਆਰ ਹੋਈ ਹੋਈ ਪ੍ਰੈਜੈਂਟੇਸ਼ਨ ਉਵੇਂ ਦਿਖਦੀ ਹੈ। ਨੈਕਸਟ ਆਉਂਦਾ ਸਲਾਈਡ ਸੌਰਟਰ ਵਿਊ। ਇਹਦੇ ਵਿੱਚ ਕੀ ਹੈ, ਜਿਹੜੀਆਂ ਤੁਹਾਡੀਆਂ ਸਲਾਈਡਸ ਨੇ ਉਹਨਾਂ ਦੇ ਥੰਬਨੇਲਸ ਤੁਹਾਨੂੰ ਛੋਟੇ-ਛੋਟੇ ਇੱਕ ਸਕਰੀਨ ਦੇ ਉੱਤੇ ਦਿਖ ਜਾਂਦੇ ਨੇ। ਨੈਕਸਟ ਇਜ਼ ਰੀਡਿੰਗ ਵਿਊ। ਰੀਡਿੰਗ ਵਿਊ ਨਵਾਂ ਫੀਚਰ ਹੈ ਪਾਵਰਪੁਆਇੰਟ 2019 ਦਾ, ਬਹੁਤ ਇੰਪੋਰਟੈਂਟ ਹੈ ਐਗਜ਼ਾਮ ਦੇ ਲਈ। ਸੋ ਇਹ ਸਿਮਿਲਰ ਹੈ ਸਲਾਈਡ ਸ਼ੋ ਵਿਊ ਦੇ, ਤੇ ਡਿਫਰੈਂਸ ਕੀ ਹੈ ਸਲਾਈਡ ਸ਼ੋ ਵਿਊ ਤੇ ਰੀਡਿੰਗ ਵਿਊ ਦੇ ਵਿੱਚ ਕਿ ਜਿਹੜਾ ਰੀਡਿੰਗ ਵਿਊ ਹੈ ਉਹ ਪੂਰੀ ਸਕਰੀਨ ਦੇ ਉੱਤੇ ਦਿਖਦਾ ਹੈ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਤੇ ਨੈਕਸਟ ਹੈ ਸਲਾਈਡ ਸ਼ੋ ਵਿਊ। Slide show view takes a full computer screen like actual slide. In this, you see your presentation the way your audience will. So ਜਿਵੇਂ ਤੁਹਾਡੇ audience ਨੂੰ ਦਿਖੂਗਾ ਉਸ ਤਰ੍ਹਾਂ ਦੇ ਨਾਲ ਤੁਸੀਂ slide show ਦੇ ਵਿੱਚ ਦੇਖ ਸਕਦੇ ਹੋ। ਪਰ ਜਿਹੜਾ reading view ਹੈ ਇਹਦੇ ਵਿੱਚ ਕੀ ਹੈ ਕਿ ਜਿਹੜੇ ਟਾਈਟਲ ਬੈਂਡ ਨੇ ਉਹ ਤੁਹਾਨੂੰ ਟੌਪ ਦੇ ਉੱਤੇ ਦਿਖਣਗੇ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇਹ ਤੁਹਾਡੇ ਆਡੀਅנס ਨੂੰ ਦਿਖਣਾ ਉਹਦੇ ਨਾਲੋਂ ਥੋੜਾ ਜਿਹਾ ਡਿਫਰੈਂਟ ਹੁੰਦਾ। ਪਰ ਜਿਹੜਾ ਸਲਾਈਡ ਸ਼ੋ ਵਿਊ ਹੈ ਇਹ ਐਗਜ਼ੈਕਟਲੀ ਜਿਵੇਂ ਤੁਹਾਡੀ ਪੀਪੀਟੀ ਤਿਆਰ ਹੋ ਕੇ ਫਾਈਨਲ ਆਡੀਅנס ਨੂੰ ਦਿਖਣੀ ਆ ਉਸੇ ਤਰ੍ਹਾਂ ਦੇ ਨਾਲ ਤੁਹਾਨੂੰ ਇਸ ਵਿਊ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਤੇ ਐਗਜ਼ਾਮ ਦੇ ਲਈ I repeat again ਕਿ ਤੁਸੀਂ ਯਾਦ ਰੱਖਣਾ ਹੈ that reading view is new addition under PowerPoint 2019. So next comes basic PowerPoint shortcut keys. ਸੋ ਪਹਿਲੀ ਹੈ ਜੇ ਆਪਾਂ ਨੇ ਨਵਾਂ ਪ੍ਰੈਜੈਂਟੇਸ਼ਨ ਡਾਕੂਮੈਂਟ ਖੋਲਣਾ ਹੈ ਉਹਦੇ ਲਈ Ctrl+N, ਜੇ ਆਪਾਂ ਨੇ ਐਗਜ਼ਿਸਟਿੰਗ ਪ੍ਰੈਜੈਂਟੇਸ਼ਨ ਡਾਕੂਮੈਂਟ ਨੂੰ ਓਪਨ ਕਰਨਾ Ctrl+O, ਦੈਨ ਜੇ ਆਪਾਂ ਨੇ ਪ੍ਰੈਜੈਂਟੇਸ਼ਨ ਨੂੰ ਸੇਵ ਕਰਨਾ ਹੈ Ctrl+S। ਉਸ ਤੋਂ ਬਾਅਦ ਜੇ ਸੇਵ ਐਜ਼ ਦਾ ਡਾਇਲੌਗ ਬਾਕਸ ਖੋਲਣਾ ਹੈ, ਇਹ ਬਹੁਤ ਇੰਪੋਰਟੈਂਟ ਹੈ, Alt+F2 ਜਾਂ ਫਿਰ F12। ਦੈਨ ਜੇ ਆਪਾਂ ਨੇ ਪ੍ਰੈਜੈਂਟੇਸ਼ਨ ਨੂੰ ਬੰਦ ਕਰਨਾ ਹੈ ਉਹਦੇ ਲਈ ਆਪਾਂ ਦੋ ਸ਼ਾਰਟਕਟ ਕੀਜ਼ ਵਰਤ ਸਕਦੇ ਹਾਂ Ctrl+W, Ctrl+F4, then save and close Ctrl+Q। ਜੇ ਆਪਾਂ ਨੇ ਕਿਸੇ ਐਕਸ਼ਨ ਨੂੰ ਅਨਡੂ ਕਰਨਾ ਹੈ ਵੀ ਉਹ ਦੁਬਾਰਾ ਤੋਂ ਜਿਵੇਂ ਪਹਿਲਾਂ ਸੀ ਉਵੇਂ ਹੋ ਜਵੇ
कंट्रोल प्लस Z जे आपां ने रिपीट करना है रीडू कंट्रोल प्लस Y दैन जे आपां ने ये देखना भी अपनी जिहड़ी प्रेजेंटेशन है स्लाइड है वो प्रिंट होके किवें लगूगी प्रिंट प्रीव्यू कंट्रोल प्लस F2 दैन ओपन द हेल्प पेन F1 ऑल्ट प्लस Q दे नाल आपां डायरेक्ट करदे हां एक बॉक्स खुलदा है टेल मी व्हाट यू वांट टू डू उस तो बाद F7 दे नाल अपने स्पेलिंग चेक हुंदे ने then turn the key tips to on off alt or F10 show or hide the ribbon control plus F1 ਉਸ ਤੋਂ ਬਾਅਦ ਜੇ ਆਪਾਂ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕੁਝ ਲੱਭਣਾ ਹੈ ਸਰਚ ਕਰਨਾ ਹੈ ਜਾਂ ਫਿਰ find and replace then control plus F open the file tab menu alt plus F home tab ਦੇ ਉੱਤੇ ਜਾਣਾ alt ਦਬ ਕੇ H ਦਬਾਂਗੇ insert tab N design G transition K animation A slideshow tab S review R view W add in X help tab Y then control plus tab दब के ਆਪਾਂ open presentation ਦੇ ਵਿੱਚ switch ਕਰਾਂਗੇ So next is PowerPoint shortcut keys for selecting navigating text in object ਜੇ ਆਪਾਂ ਨੇ ਕਿਸੇ ਟੈਕਸਟ ਨੂੰ ਜਾਂ ਫਿਰ ਕੋਈ ਆਬਜੈਕਟ ਜੋ ਇਨਸਰਟ ਕੀਤੀ ਹੈ ਉਹਨੂੰ ਲੱਭਣਾ ਹੈ ਸਿਲੈਕਟ ਕਰਨਾ ਹੈ ਉਹਦੇ ਲਈ ਕਿਹੜੀਆਂ ਸਪੈਸ਼ਲ ਸ਼ਾਰਟਕਟ ਕੀਜ਼ ਵਰਤਾਂਗੇ ਨੰਬਰ 1 ਜੇ ਆਪਾਂ ਨੇ ਸਾਰੀਆਂ ਆਬਜੈਕਟਸ ਨੂੰ ਸਿਲੈਕਟ ਕਰਨਾ ਹੈ ਉੱਥੇ ਆਪਾਂ ਕੰਟਰੋਲ ਦੇ ਨਾਲ A ਦਬਾਂਗੇ ਦੈਨ ਟੈਬ ਦਬ ਕੇ ਆਪਾਂ ਨੈਕਸਟ ਆਬਜੈਕਟ ਦੇ ਉੱਤੇ ਜਾ ਸਕਦੇ ਹਾਂ ਉਸ ਤੋਂ ਬਾਅਦ ਜੇ ਆਪਾਂ ਨੇ ਪਿਛਲੀ ਆਬਜੈਕਟ ਦੇ ਉੱਤੇ ਜਾਣਾ ਤਾਂ ਆਪਾਂ ਉੱਥੇ ਸ਼ਿਫਟ ਪਲੱਸ ਟੈਬ ਦਬਾਂਗੇ ਜੇ ਆਪਾਂ ਨੇ ਸਲਾਈਡ ਦੀ ਸਟਾਰਟਿੰਗ ਵਿੱਚ ਜਾਣਾ ਹੋਮ ਐਂਡ ਉੱਤੇ ਜਾਣਾ ਐਂਡ ਦਬਾਂਗੇ ਦੈਨ ਜੇ ਆਪਾਂ ਨੇ ਨੈਕਸਟ ਸਲਾਈਡ ਉੱਤੇ ਜਾਣਾ ਤਾਂ ਪੇਜ ਡਾਊਨ ਪ੍ਰੀਵੀਅਸ ਸਲਾਈਡ ਉੱਤੇ ਜਾਣਾ ਹੈ ਪੇਜ ਅਪ ਉਸ ਤੋਂ ਬਾਅਦ ਕੰਟਰੋਲ ਅਪ ਜਾਂ ਡਾਊਨ ਐਰੋ ਦੇ ਨਾਲ ਆਪਾਂ ਮੂਵ ਕਰ ਸਕਦੇ ਹਾਂ ਇੱਕ ਸਲਾਈਡ ਨੂੰ ਉੱਪਰ ਨੀਚੇ ਉਸ ਤੋਂ ਬਾਅਦ ਕੰਟਰੋਲ ਪਲੱਸ ਸ਼ਿਫਟ ਦਬ ਕੇ ਜੇ ਆਪਾਂ ਅਪ ਡਾਊਨ ਵਾਲਾ ਐਰੋ ਵਰਤਦੇ ਹਾਂ ਉਹਦੇ ਨਾਲ ਆਪਾਂ ਇੱਕ ਸਲਾਈਡ ਦੀ ਸਟਾਰਟਿੰਗ ਜਾਂ ਐਂਡ ਦੇ ਵਿੱਚ ਜਾ ਸਕਦੇ ਹਾਂ Then comes shortcut keys ਜਿਨ੍ਹਾਂ ਦੇ ਨਾਲ ਆਪਾਂ ਐਡੀਟਿੰਗ ਕਰ ਸਕਦੇ ਹਾਂ ਜਾਂ ਫਿਰ ਕਿਸੇ ਚੀਜ਼ ਦੀ ਫਾਰਮੈਟਿੰਗ ਕਰਾਂਗੇ ਸੋ ਸਭ ਤੋਂ ਪਹਿਲਾਂ ਆਉਂਦੀ ਹੈ ਕੰਟਰੋਲ ਪਲੱਸ X ਇਹਦੇ ਨਾਲ ਜੋ ਵੀ ਆਪਾਂ ਨੇ ਟੈਕਸਟ ਆਬਜੈਕਟ ਜਾਂ ਫਿਰ ਈਵਨ ਸਲਾਈਡ ਸਿਲੈਕਟ ਕੀਤੀ ਹੈ ਉਹਨੂੰ ਆਪਾਂ ਕੱਟ ਕਰ ਸਕਦੇ ਹਾਂ ਕੰਟਰੋਲ ਪਲੱਸ C ਜਾਂ ਫਿਰ ਕੰਟਰੋਲ ਪਲੱਸ ਇਨਸਰਟ ਇਹ ਤੁਸੀਂ ਯਾਦ ਰੱਖਣਾ ਹੈ ਵੀ ਕੰਟਰੋਲ ਪਲੱਸ ਇਨਸਰਟ ਦੇ ਨਾਲ ਵੀ ਕਾਪੀ ਹੁੰਦੀ ਹੈ ਕੋਈ ਵੀ ਸਿਲੈਕਟਡ ਟੈਕਸਟ ਆਬਜੈਕਟ ਜਾਂ ਫਿਰ ਸਲਾਈਡ ਉਸ ਤੋਂ ਬਾਅਦ ਕੰਟਰੋਲ ਪਲੱਸ V ਜਾਂ ਫਿਰ ਸ਼ਿਫਟ ਪਲੱਸ ਇਨਸਰਟ ਇਹ ਵੀ ਇੱਕ ਬਹੁਤ ਇੰਪੋਰਟੈਂਟ ਸ਼ਾਰਟਕਟ ਕੀ ਹੈ ਇਹਦੇ ਨਾਲ ਪੇਸਟ ਹੋ ਜਾਂਦੀ ਹੈ ਟੈਕਸਟ ਆਬਜੈਕਟ ਜਾਂ ਫਿਰ ਸਲਾਈਡ ਦੈਨ ਜੇ ਆਪਾਂ ਨੇ ਕਿਸੇ ਵੀ ਸਪੈਸ਼ਲ ਡਾਇਲੌਗ ਬਾਕਸ ਨੂੰ ਖੋਲਣਾ ਹੈ ਉਹਦੇ ਲਈ ਆਪਾਂ ਦਬਾਂਗੇ ਕੰਟਰੋਲ ਆਲਟ ਪਲੱਸ V ਜੇ ਆਪਾਂ ਨੇ ਡਿਲੀਟ ਕਰਨਾ ਤਾਂ ਉਹਦੇ ਲਈ ਸਿੰਪਲ ਹੈ ਡਿਲੀਟ ਕੀ toggle bold on the selected text ਸੋ ਜੇ ਆਪਾਂ ਨੇ ਕਿਸੇ ਵੀ ਸਿਲੈਕਟਡ ਟੈਕਸਟ ਨੂੰ ਬੋਲਡ ਕਰਨਾ ਉਹਦੇ ਲਈ ਕੰਟਰੋਲ ਪਲੱਸ B ਇਟੈਲਿਕ ਲਈ I ਅੰਡਰਲਾਈਨ ਲਈ U ਉਸ ਤੋਂ ਬਾਅਦ ਆਉਂਦਾ ਹੈ E ਜੇ ਆਪਾਂ ਨੇ ਕਿਸੇ ਵੀ ਟੈਕਸਟ ਨੂੰ ਸੈਂਟਰ ਅਲਾਈਨ ਕਰਨਾ ਹੈ ਜਸਟੀਫਾਈ ਕਰਨ ਲਈ J ਲੈਫਟ ਕਰਨ ਲਈ L ਰਾਈਟ ਅਲਾਈਨ ਲਈ R ਤੇ ਜੇ ਆਪਾਂ ਨੇ ਡਿਸਪਲੇ ਕਰਨਾ ਫੌਂਟ ਡਾਇਲੌਗ ਬਾਕਸ ਟੈਕਸਟ ਤੋਂ ਬਾਅਦ ਜਾਂ ਫਿਰ ਆਬਜੈਕਟ ਤੋਂ ਬਾਅਦ ਤਾਂ ਆਪਾਂ ਉੱਥੇ ਕੰਟਰੋਲ ਪਲੱਸ T ਦਬਾਂਗੇ ਦੈਨ ਜੇ ਆਪਾਂ ਨੇ ਕੋਈ ਹਾਈਪਰਲਿੰਕ ਇਨਸਰਟ ਕਰਨਾ ਹੈ ਕੰਟਰੋਲ ਪਲੱਸ K ਨਵੀਂ ਸਲਾਈਡ ਐਡ ਕਰਨ ਦੇ ਲਈ ਕੰਟਰੋਲ ਪਲੱਸ M ਡੁਪਲੀਕੇਟ ਦ ਸਿਲੈਕਟਡ ਆਬਜੈਕਟ ਔਰ ਸਲਾਈਡ ਕੰਟਰੋਲ ਪਲੱਸ T ਨੈਕਸਟ ਕਮਸ ਯੂਜ਼ਫੁਲ ਪਾਵਰਪੁਆਇੰਟ ਸ਼ਾਰਟਕਟ ਕੀਜ਼ ਫॉर ਸਲਾਈਡ ਸ਼ੋ ਹੁਣ ਜੇ ਆਪਾਂ ਨੇ ਸਲਾਈਡ ਸ਼ੋ ਚਲਾਉਣਾ ਦੇਖਣਾ ਵੀ ਆਪਣੀ ਪ੍ਰੈਜੈਂਟੇਸ਼ਨ ਕਿਵੇਂ ਦੀ ਲੱਗੂਗੀ ਸੋ ਉਹਦੇ ਲਈ ਕਿਹੜੀਆਂ ਇੰਪੋਰਟੈਂਟ ਸ਼ਾਰਟਕਟ ਕੀਜ਼ ਨੇ ਸੋ ਸਭ ਤੋਂ ਪਹਿਲਾਂ F5 ਜੇ ਆਪਾਂ ਨੇ ਸਟਾਰਟ ਕਰਨੀ ਹੈ ਪ੍ਰੈਜੈਂਟੇਸ਼ਨ ਸਭ ਤੋਂ ਇੰਪੋਰਟੈਂਟ ਜੇ ਕਰੰਟ ਸਲਾਈਡ ਤੋਂ ਆਪਾਂ ਨੇ ਪ੍ਰੈਜੈਂਟੇਸ਼ਨ ਸ਼ੁਰੂ ਕਰਨੀ ਹੈ ਸ਼ਿਫਟ ਪਲੱਸ F5 ਦੈਨ ਜੇ ਆਪਾਂ ਨੇ ਐਨੋਟ ਕਰਨਾ ਹੈ ਪੈਨ ਟੂਲ ਦੀ ਵਰਤੋਂ ਦੇ ਨਾਲ ਉੱਥੇ ਆਪਾਂ ਕੰਟਰੋਲ ਪਲੱਸ P ਦਬਾਂਗੇ ਦੈਨ ਜੇ ਆਪਾਂ ਨੇ ਨੈਕਸਟ ਸਲਾਈਡ ਵਿੱਚ ਜਾਣਾ ਤਾਂ ਜਾਂ ਫਿਰ N ਔਰ ਪੇਜ ਡਾਊਨ P ਜਾਂ ਪੇਜ ਅਪ ਕਰਕੇ ਆਪਾਂ ਪਿਛਲੀ ਸਲਾਈਡ ਦੇ ਵਿੱਚ ਚਲੇ ਜਾਵਾਂਗੇ B ਦੇ ਨਾਲ ਆਪਾਂ ਜਿਹੜੀ ਵੀ ਸਲਾਈਡ ਸ਼ੋ ਦੀ ਬੈਕਗ੍ਰਾਉਂਡ ਹੈ ਸਕਰੀਨ ਹੈ ਉਹਨੂੰ ਆਪਾਂ ਕਾਲੀ ਕਰ ਸਕਦੇ ਹਾਂ ਬਲੈਕ ਕਰ ਸਕਦੇ ਹਾਂ ਤੇ ਜੇ ਆਪਾਂ ਨੇ ਸਲਾਈਡ ਸ਼ੋ ਨੂੰ ਬੰਦ ਕਰਨਾ ਹੈ ਐਂਡ ਕਰਨਾ ਉੱਥੇ ਆਪਾਂ ਐਸਕੇਪ ਦਬਾਂਗੇ ਫਿਰ ਆਉਂਦਾ ਵਰਕ ਇਨ ਦ ਰਿਬਨ ਵਿਦ ਦ ਕੀਬੋਰਡ ਸੋ ਹੁਣ ਕਹਿੰਦੇ ਤੁਸੀਂ ਜਿਹੜਾ ਉੱਪਰਲਾ ਰਿਬਨ ਹੈ ਜਿੱਥੇ ਅਲੱਗ-ਅਲੱਗ ਕਮਾਂਡਸ ਨੇ
ਜੋ ਉੱਪਰ ਆਪਾਂ ਨੇ ਦੇਖਿਆ ਸੀ ਟਾਸਕ ਬਾਰ ਦੇ ਵਿੱਚ ਹੁੰਦੀਆਂ ਨੇ, ਉਹਨਾਂ ਨੂੰ ਜੇ ਆਪਾਂ ਨੇ ਯੂਜ਼ ਕਰਨਾ ਹੈ ਸਿੱਧਾ ਆਪਾਂ ਨੇ ਬਿਨਾਂ ਮਾਊਸ ਦੀ ਵਰਤੋਂ ਦੇ ਨਾਲ ਕੀਬੋਰਡ ਦੀ ਹੈਲਪ ਦੇ ਨਾਲ ਆਪਾਂ ਰਿਬਨ ਦੇ ਵਿੱਚੋਂ ਆਪਸ਼ਨਸ ਚੂਜ਼ ਕਰਨੀਆਂ ਨੇ, ਤਾਂ ਉੱਥੇ ਆਪਾਂ ਕੀ ਕਰਾਂਗੇ, ਨੰਬਰ 1 ਤੇ ਜੇ ਤੁਸੀਂ Alt ਜਾਂ F10 ਦਬਦੇ ਹੋ ਤਾਂ ਉੱਥੇ ਤੁਸੀਂ ਜੋ ਵੀ ਐਕਟਿਵ ਟੈਬ ਹੈ ਰਿਬਨ ਦਾ ਉਹਨੂੰ ਸਿਲੈਕਟ ਕਰ ਸਕਦੇ ਹੋ। ਉਸ ਤੋਂ ਬਾਅਦ ਜੇ ਤੁਸੀਂ ਟੈਬ ਕੀ ਜਾਂ ਫਿਰ ਸ਼ਿਫਟ ਦੇ ਨਾਲ ਟੈਬ ਦਬਦੇ ਹੋ ਤਾਂ ਤੁਸੀਂ ਜੋ ਵੀ ਰਿਬਨ ਦੀ ਕਮਾਂਡ ਹੈ ਸਪੈਸੀਫਿਕ ਉਹਦੇ ਵੱਲ ਜਾ ਸਕਦੇ ਹੋ। ਦੈਨ ਐਰੋ ਕੀਜ਼ ਦੀ ਵਰਤੋਂ ਦੇ ਨਾਲ ਤੁਸੀਂ ਉੱਪਰ ਨੀਚੇ ਰਿਬਨ ਦੇ ਵਿੱਚ ਇੱਕ ਤੋਂ ਦੂਜੀ ਜਗ੍ਹਾ ਜਾ ਸਕਦੇ ਹੋ, ਜਿਵੇਂ ਇਨਸਰਟ ਤੋਂ ਤੁਸੀਂ ਅੱਗੇ ਗਏ ਜਾਂ ਫਿਰ ਬੋਲਡ ਤੋਂ ਇਟੈਲਿਕ ਵੱਲ ਗਏ। ਦੈਨ ਐਕਟੀਵੇਟ ਅ ਸਿਲੈਕਟਡ ਬਟਨ ਔਰ ਕੰਟਰੋਲ, ਇਹਦੇ ਲਈ ਤੁਸੀਂ ਸਪੇਸ ਬਾਰ ਜਾਂ ਐਂਟਰ ਦੱਬੋਗੇ। ਜੇ ਤੁਸੀਂ ਕਿਸੇ ਵੀ ਲਿਸਟ ਨੂੰ ਸਿਲੈਕਟਡ ਕਮਾਂਡ ਦੇ ਲਈ ਓਪਨ ਕਰਨਾ ਤਾਂ ਡਾਊਨ ਕੀ ਐਰੋ, ਜੇ ਤੁਸੀਂ ਮੈਨੂ ਨੂੰ ਓਪਨ ਕਰਨਾ Alt+ ਡਾਊਨ ਐਰੋ ਕੀ। ਜਦੋਂ ਇੱਕ ਮੈਨੂ ਜਾਂ ਸਬ ਮੈਨੂ ਓਪਨ ਹੋ ਗਿਆ ਤਾਂ ਤੁਸੀਂ ਹੁਣ ਨਵੀਂ ਨੈਕਸਟ ਕਮਾਂਡ ਉੱਤੇ ਜਾਣਾ ਚਾਹੁੰਦੇ ਹੋ, ਉਹਦੇ ਲਈ ਤੁਸੀਂ ਦੁਬਾਰਾ ਡਾਊਨ ਐਰੋ ਕੀ ਦੱਬੋਗੇ। ਉਸ ਤੋਂ ਬਾਅਦ ਜੇ ਤੁਸੀਂ ਰਿਬਨ ਨੂੰ ਐਕਸਪੈਂਡ ਕਰਨਾ ਜਾਂ ਫਿਰ ਕੋਲੈਪਸ ਕਰਨਾ ਹੈ ਉੱਥੇ ਤੁਸੀਂ Ctrl+F1, ਤੁਸੀਂ ਕੰਟੈਕਸਟ ਮੈਨੂ ਖੋਲਣਾ ਹੈ ਤਾਂ Shift+F10, ਦੈਨ ਲੈਫਟ ਐਰੋ ਕੀ ਦੱਬ ਕੇ ਤੁਸੀਂ ਸਬ ਮੈਨੂ ਵੱਲ ਜਾ ਸਕਦੇ ਹੋ ਜਿੱਥੇ ਤੁਹਾਡਾ ਮੇਨ ਮੈਨੂ ਓਪਨ ਹੈ ਜਾਂ ਫਿਰ ਸਿਲੈਕਟ ਕੀਤਾ ਹੋਇਆ ਹੈ, ਤੇ ਲਾਸਟ ਵਿੱਚ F1 ਗੈਟ ਹੈਲਪ ਔਨ ਦਾ ਕਰੰਟਲੀ ਸਿਲੈਕਟਡ ਕਮਾਂਡ ਔਰ ਕੰਟਰੋਲ ਔਨ ਦਾ ਰਿਬਨ, ਜੇ ਤੁਸੀਂ ਕੋਈ ਵੀ ਹੈਲਪ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਉੱਥੇ F1 ਦੱਬੋਗੇ। ਸੋ ਹੁਣ ਕੁਝ ਆਪਾਂ ਇਹੋ ਜਿਹੀਆਂ ਕੀਜ਼ ਦੇਖਾਂਗੇ ਜਿਹੜੀਆਂ ਮਾਈਕਰੋਸਾਫਟ ਆਫਿਸ ਨਾ ਤਾਂ 2010 ਵਿੱਚ ਸੀ ਨਾ ਹੀ 2007 ਵਾਲੇ ਸੀ। ਸੋ ਇਹਦੇ ਵਿੱਚ ਪਹਿਲੀ ਆਉਂਦੀ ਆ, ਜੇ ਆਪਾਂ ਨੇ ਇੱਕ ਪੋਜੀਸ਼ਨ ਤੋਂ ਕਿਸੇ ਆਬਜੈਕਟ ਨੂੰ ਵਾਪਿਸ ਭੇਜਣਾ ਸੀ ਤਾਂ ਉਹਦੇ ਲਈ Ctrl+ ਲੈਫਟ ਬ੍ਰੈਕਟ ਵਰਤਦਿਆਂ ਇਹ ਵਾਲੀ ਕੀ 2010 ਤੇ 7 ਵਾਲੇ ਆਫਿਸ ਦੇ ਵਿੱਚ ਨਹੀਂ ਮਿਲੂਗੀ। ਸੇਮ ਜੇ ਆਪਾਂ ਨੇ ਫਾਰਵਰਡ ਕਰਨਾ ਆਬਜੈਕਟ ਨੂੰ ਉਹਦੇ ਲਈ ਆਪਾਂ ਰਾਈਟ ਬ੍ਰੈਕਟ ਦੱਬਦੇ ਹਾਂ ਕੰਟਰੋਲ ਦੇ ਨਾਲ। ਦੈਨ ਜੇ ਆਪਾਂ ਨੇ ਕਿਸੇ ਆਬਜੈਕਟ ਨੂੰ ਵਾਪਿਸ ਭੇਜਣਾ ਹੈ, ਉਰੇ ਪੋਜੀਸ਼ਨ ਦੀ ਗੱਲ ਨਹੀਂ ਹੋ ਰਹੀ, ਆਬਜੈਕਟ ਨੂੰ ਆਪਾਂ ਨੇ ਬੈਕ ਕਰਨਾ ਹੈ, ਉੱਥੇ ਕੰਟਰੋਲ ਦੇ ਨਾਲ ਸ਼ਿਫਟ ਦੱਬ ਕੇ ਲੈਫਟ ਬ੍ਰੈਕਟ। ਜੇ ਫਰੰਟ ਦੇ ਉੱਤੇ ਲੈ ਕੇ ਆਉਣਾ ਆਬਜੈਕਟ ਨੂੰ ਤਾਂ Ctrl+Shift+ ਰਾਈਟ ਬ੍ਰੈਕਟ। ਦੈਨ ਜਿਹੜੀ ਡੁਪਲੀਕੇਟ ਵਾਲੀ ਆਪਸ਼ਨ ਹੈ ਇਹ ਵੀ 2010 ਤੇ 2007 ਦੇ ਵਿੱਚ ਨਹੀਂ ਸੀ ਐਪਲੀਕੇਬਲ। ਉਸ ਤੋਂ ਬਾਅਦ Alt+Shift+C, ਇਹਦੇ ਨਾਲ ਐਨੀਮੇਸ਼ਨ ਪੇਂਟਰ ਕਾਪੀ ਹੁੰਦਾ, ਤੇ ਜੇ ਆਪਾਂ ਨਾਲ V ਦੱਬ ਦਿੰਦੇ ਹਾਂ C ਦੀ ਜਗ੍ਹਾ ਤੇ ਤਾਂ ਉੱਥੇ ਐਨੀਮੇਸ਼ਨ ਪੇਂਟਰ ਪੇਸਟ ਹੁੰਦਾ। ਸੋ ਇਹ ਕੁਝ ਇੰਪੋਰਟੈਂਟ ਕੀਜ਼ ਨੇ that were not available in Microsoft Office 2010 and 2007. So this was all about our today's important lecture on Microsoft 2019 PowerPoint, ਤੇ ਨਾਲ ਹੀ ਮੈਂ description box ਦੇ ਵਿੱਚ Excel ਤੇ Word ਵਾਲੀ ਜਿਹੜੀ ਵੀਡੀਓ ਹੈ 2019 ਦੀ ਉਹਦਾ ਲਿੰਕ ਵੀ ਐਡ ਕਰ ਦੂੰਗੀ। ਸੋ ਜਿਹੜੇ ਸਟੂਡੈਂਟਸ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹਨੂੰ ਵੀ ਜ਼ਰੂਰ ਦੇਖੋ, ਕਿਉਂਕਿ ਹੁਣ ਤੁਸੀਂ ਐਗਜ਼ਾਮੀਨਰਸ ਦਾ ਇੱਕ ਪੈਟਰਨ ਦੇਖ ਲਿਆ ਹੋਊਗਾ ਕਿ ਕੰਪਿਊਟਰ ਦੇ ਵਿੱਚੋਂ ਮੋਸਟਲੀ ਐਗਜ਼ਾਮੀਨਰਸ ਇਹ ਲੇਟੈਸਟ ਆਫਿਸ ਦੇ ਵਰਜ਼ਨ ਵਿੱਚੋਂ ਹੀ ਕੁਐਸਚਨਸ ਪੁੱਛ ਰਹੇ ਨੇ। ਸੋ ਤੁਸੀਂ ਇਹਨਾਂ ਦੋਨੋਂ ਵੀਡੀਓਜ਼ ਨੂੰ ਧਿਆਨ ਦੇ ਨਾਲ ਐਗਜ਼ਾਮ ਦੇ ਵਿੱਚ ਪ੍ਰਿਪੇਅਰ ਕਰਕੇ ਜਾਓ। So this was all about our today's lecture, and please do subscribe to my channel. Thank you and good luck.